ਧਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਜੋ ਲੜੀਵਾਰ ਵਿਚਾਰ ਆਪਾਂ ਆਰੰਭ ਕੀਤੀ ਹੈ, ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 18 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1411 ਦੇ ਉੱਪਰ ਸੁਭਾਈਮਾਨ ਹੈ। ਜਿਸ ਸ਼ਲੋਕ ਦਾ ਆਪਾਂ ਪਾਠ ਸਰਵਣ ਕੀਤਾ ਸਾਧ ਸੰਗਤ ਜੀ, ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਵਾਰ ਆਇਆ ਹੈ। ਇਸ ਤੋਂ ਪਹਿਲਾਂ ਇਹ ਸ਼ਲੋਕ ਸ਼ੇਖ ਫਰੀਦ ਜੀ ਦੇ ਜੋ ਸ਼ਲੋਕ ਨੇ, ਉਹਨਾਂ ਸ਼ਲੋਕਾਂ ਦੇ ਵਿੱਚ 120 ਨੰਬਰ ਸ਼ਲੋਕ ਸਿਰਫ ਇੱਕ ਸ਼ਬਦ ਦਾ ਫਰਕ ਪਾ ਕੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਦਾਂ ਹੀ ਦਰਜ ਹੈ। ਇੱਥੇ 1411 ਨੰਬਰ ਅੰਕ ਹੈ, ਉੱਥੇ 1384 ਨੰਬਰ ਅੰਕ 'ਤੇ ਇਹ ਸ਼ਲੋਕ ਸੁਭਾਈਮਾਨ ਹੈ। ਇੱਥੇ ਸੰਭਾਲ ਸ਼ਬਦ ਹੈ, ਉੱਥੇ ਨਿਹਾਲ ਸ਼ਬਦ ਹੈ। ਭਾਵੇਂ ਕਿ ਇਹਨਾਂ ਦੋਨਾਂ ਸ਼ਲੋਕਾਂ ਦਾ ਅੰਤਰੀ ਭਾਵ ਸੇਮ ਹੀ ਹੈ, ਇਕੱਲੇ ਇਹ 2 ਸ਼ਲੋਕਾਂ ਦੀ ਗੱਲ ਨਹੀਂ। ਇਸ ਤੋਂ ਬਿਨਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਐਸੇ ਸ਼ਬਦ ਨੇ, ਜਿਵੇਂ ਸੋਦਰ ਵਾਲਾ ਸ਼ਬਦ ਹੈ, ਜਿਹੜਾ ਆਪਾਂ ਜਪਜੀ ਸਾਹਿਬ 'ਚ ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ 26 ਨੰਬਰ ਪੌੜੀ ਹੈ ਸੋਦਰ ਵਾਲੀ, ਉਹ ਗੁਰੂ ਗ੍ਰੰਥ ਸਾਹਿਬ 'ਚ 3 ਵਾਰ ਆਈ ਹੈ। 3 ਵਾਰ ਹੀ ਉਹਨਾਂ ਵਿੱਚ ਕੁਝ ਸ਼ਬਦਾਂ ਦਾ ਫਰਕ ਪਾ ਕੇ ਆਈ ਹੈ, ਪਰ ਉਹਨਾਂ ਦਾ ਜਿਹੜਾ ਅੰਤਰੀ ਭਾਵ ਹੈ, ਸ਼ਬਦਾਂ ਦੇ ਅਰਥ ਭਾਵ ਅਰਥ ਨੇ, ਉਹ ਸੇਮ ਨੇ। ਅਤੇ 3 ਵਾਰ ਹੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੈ। ਚਲੋ ਕੁਝ ਸ਼ਲੋਕਾਂ ਬਾਰੇ ਹੋ ਸਕਦਾ, ਜਿਵੇਂ ਪਵਨ ਗੁਰੂ ਪਾਣੀ ਪਿਤਾ, ਜਿਹੜਾ ਜਪਜੀ ਸਾਹਿਬ ਦੇ ਅਖੀਰ 'ਚ ਆਇਆ ਉਹ ਗੁਰੂ ਨਾਨਕ ਸਾਹਿਬ ਜੀ ਦਾ, ਅਤੇ ਇੱਕ ਵਾਰ ਗੁਰੂ ਅੰਗਦ ਸਾਹਿਬ ਦਾ ਉਚਾਰਨ ਕੀਤਾ ਵੀ ਇਹ ਸ਼ਲੋਕ ਆਇਆ। ਉੱਥੇ ਤੇ ਮਹਲਾ ਬਦਲ ਗਿਆ ਨਾ। ਇੱਦਾਂ ਹੀ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰ ਆਇਆ। ਇੱਕ ਵਾਰ ਬਾਬੇ ਫਰੀਦ ਜੀ ਦੇ ਸ਼ਲੋਕਾਂ ਵਿੱਚ, ਉੱਥੇ ਗਿਣਤੀ ਦੇ ਮੁਤਾਬਕ 120 ਨੰਬਰ 'ਤੇ ਹੈ, ਇੱਥੇ 18 ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਆਪਾਂ ਇੱਕ ਸ਼ਬਦ ਸ਼ਲੋਕ ਵਿਚਾਰਿਆ ਹੈ, ਮਨੋ ਜੀ ਅੰਦੇ ਘੂਪ। ਉਹ ਵੀ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ 2 ਵਾਰ ਆਇਆ ਹੈ। ਉਸ ਤੋਂ ਪਹਿਲਾਂ ਉਹ ਸਾਰੰਗੀ ਵਾਰ ਦੇ ਵਿੱਚ ਆ ਚੁੱਕਾ ਹੈ, ਅਤੇ ਦੋਨਾਂ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਦਾ ਹੀ ਉਚਾਰਨ ਕੀਤਾ। ਕੁਝ ਸ਼ਬਦਾਂ ਦਾ ਫਰਕ ਹੈ, ਜਿਵੇਂ ਇੱਥੇ ਮਨੋ ਜੀ ਅੰਦੇ ਘੂਪ ਹੈ, ਉੱਥੇ ਕੂਪ ਹੈ, ਉੱਥੇ ਕੱਕੇ ਨਾਲ, ਇੱਥੇ ਘੱਗੇ ਨਾਲ ਹੈ। ਤੋ ਇਹ ਸਿਰਫ ਟੂਕ ਮਾਤਰ ਕੁਝ ਸ਼ਬਦਾਂ ਦੀ ਆਪਾਂ ਗੱਲ ਕੀਤੀ ਹੈ, ਪਰ ਇਸ ਤੋਂ ਬਿਨਾਂ ਵੀ ਬਹੁਤ ਐਸੇ ਸ਼ਬਦ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਸ਼ਬਦਾਂ ਦਾ ਫਰਕ ਪਾ ਕੇ ਥਾਂ 'ਤੇ ਆਏ ਨੇ। ਤੋ ਇਹ ਉਹਨਾਂ ਸਰੋਤਿਆਂ ਵਾਸਤੇ ਹੈ ਜਿਹੜੇ ਬਾਣੀ ਸਮਝ ਕੇ ਖੋਜੀ ਬਿਰਤੀ ਨਾਲ ਪੜ੍ਹਦੇ ਨੇ, ਕੁਝ ਸਿੱਖਣ ਦੀ ਭਾਵਨਾ ਨਾਲ ਪੜ੍ਹਦੇ ਨੇ। ਜਿਹੜੇ ਸਿਰਫ ਮੱਥੇ ਟੇਕਣ ਤੱਕ ਸੀਮਤ ਹੈ, ਪਰਿਕਰਮਾ ਕੀਤੀਆਂ, ਮੱਥੇ ਟੇਕੇ ਚਲੇ ਗਏ, ਉਹਨਾਂ ਵਾਸਤੇ ਇਹ ਵਿਸ਼ੇ ਮਾਫ ਕਰਨਾ ਖੁਸ਼ਕ ਲੱਗਦੇ ਨੇ। ਉਹਨਾਂ ਨੂੰ ਹੋ ਸਕਦਾ ਇਹ ਵਿਸ਼ੇ ਬੋਰ ਵੀ ਕਰਨ, ਪਰ ਜਿਹੜੇ ਸਿੱਖਣ ਦੀ ਭਾਵਨਾ ਨਾਲ ਪੜ੍ਹਦੇ ਨੇ, ਬਹੁਤ ਐਸੀਆਂ ਭੈਣਾਂ ਨੇ, ਵੀਰ ਨੇ, ਬਜ਼ੁਰਗ ਨੇ, ਜਿਹੜੇ ਆਪਣੇ ਘਰਾਂ ਵਿੱਚ ਬੈਠੇ ਆ ਸਹਿਜ ਪਾਠ ਕਰਦੇ ਨੇ। ਉਹਨਾਂ ਨੇ ਪੋਥੀਆਂ ਦੇ ਉੱਤੇ ਵੀ ਨਿਸ਼ਾਨ ਲਾਏ ਹੋਏ ਨੇ, ਐ ਧਿਆਨ ਨਾਲ ਪੜ੍ਹਦੇ ਨੇ ਵੀ ਕਿਹੜੇ ਸ਼ਬਦ ਨੂੰ ਅਸੀਂ ਜਦੋਂ ਪੜ੍ਹਨਾ, ਇਹ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਹੈ। ਤਾਂ ਉਹ ਤੋਂ ਪਤਾ ਲੱਗਦਾ ਵੀ ਕਿੰਨੀ ਲਗਨ ਦੇ ਨਾਲ ਉਹ ਸਾਡੇ ਕੋਲ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਕਾਲਜ ਦੇ ਵਿੱਚ ਲਾਇਬ੍ਰੇਰੀ ਦੀ ਸੇਵਾ ਕਰਦੇ। ਉਹਨਾਂ ਦੇ ਕੋਲ ਅਸੀਂ ਇੱਕ ਚੀਜ਼ ਬੜੀ ਵੇਖੀ ਕਿ ਉਹਨਾਂ ਕੋਲ ਪ੍ਰੋਫੈਸਰ ਸਾਹਿਬ ਸਿੰਘ ਦੇ ਜਿਹੜੇ 10 ਭਾਗਾਂ ਵਿੱਚ ਦਰਪਣ ਸੀ, ਉਹਨਾਂ ਨੇ ਉਹਦੇ ਵਿੱਚ ਨਿਸ਼ਾਨੀਆਂ ਲਾਈਆਂ ਸੀ। ਮਤਲਬ ਇੰਨੀ ਬਰੀਕੀ ਨਾਲ ਉਹਨਾਂ ਨੇ ਉਹਨਾਂ ਦਰਪਣਾਂ ਦਾ ਪਾਠ ਕੀਤਾ ਸੀ ਕਿ ਵੇਖ ਕੇ ਬੰਦਾ ਸ਼ਸ਼ ਕਰ ਉੱਠਦਾ ਸੀ ਵੀ ਕਿੰਨੀ ਸਿੱਖਣ ਦੀ ਭਾਵਨਾ ਨਾਲ ਉਹਨਾਂ ਨੇ ਉਹਨਾਂ ਦਰਪਣਾਂ ਦਾ ਪਾਠ ਕੀਤਾ।
ਇੱਕ ਹੁੰਦਾ ਉੱਦਾਂ ਹੀ ਪਾਠ ਕਰਕੇ ਅੱਖਾਂ ਫੇਰ ਕੇ ਅੱਗੇ ਲੰਘ ਜਾਣਾ। ਤਾਂ ਖੈਰ ਇਹ ਗੱਲ ਸਿੱਖਣ ਦੀ ਹੈ, ਜਿਨ੍ਹਾਂ ਨੂੰ ਸਿੱਖਣ ਦੀ ਚਾਹਨਾ ਹੁੰਦੀ ਹੈ। ਤੂੰ ਸਿੱਖਦਾਰਥੀ ਸਟੂਡੈਂਟ ਹੈ। ਤਾਂ ਖੈਰ ਇਹ ਜਿਹੜਾ ਸਲੋਕ ਹੈ, ਇੱਥੇ ਸ਼ਬਦ ਅਰਥ ਹੈ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀਂ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਜਿਹੜਾ ਭਗਤ ਫਰੀਦ ਜੀ ਦੇ ਸਲੋਕਾਂ ਵਿੱਚ ਆਇਆ, ਉੱਥੇ ਆਇਆ ਹੈ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸੇਮ ਇੱਦਾਂ ਹੀ ਆਇਆ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਇੱਥੇ ਸੰਭਾਲ ਹੈ, ਉੱਥੇ ਨਿਹਾਲ ਹੈ। ਬਾਕੀ ਸਾਰੇ ਸ਼ਬਦ ਜਿਹੜੇ ਨੇ ਉਹ ਸੇਮ ਨੇ। ਹੁਣ ਬਹੁਤਿਆਂ ਦਾ ਇਹ ਸੀ ਕਿ ਜਿਵੇਂ ਇੱਥੇ ਭਗਤ ਫਰੀਦ ਜੀ ਦੇ ਸਲੋਕਾਂ ਨੂੰ ਹੋਰ ਖੋਲ੍ਹਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਜਿਹੜੇ ਅੰਕਿਤ ਕੀਤੇ ਨੇ, ਜਾਂ ਭਗਤ ਫਰੀਦ ਜੀ ਨੇ ਕੋਈ ਵਿਸ਼ਾ ਐਸਾ ਜਿਹੜਾ ਅਧੂਰਾ ਰਹਿਣ ਦਿੱਤਾ, ਐਸੀ ਕੋਈ ਗੱਲ ਨਹੀਂ। ਕਿਸੇ ਵੀ ਭਗਤ ਸਾਹਿਬਾਨ ਨੇ ਜਦੋਂ ਬਾਣੀ ਉਚਾਰਨ ਕੀਤੀ, ਉਹਨਾਂ ਨੇ ਕੋਈ ਵੀ ਵਿਸ਼ੇ ਨੂੰ ਅਧੂਰਾ ਨਹੀਂ ਰਹਿਣ ਦਿੱਤਾ, ਉਹਨਾਂ ਨੇ ਆਪਣੇ ਵੱਲੋਂ ਕੰਪਲੀਟ ਕੀਤਾ ਅਤੇ ਹੈ ਵੀ ਕੰਪਲੀਟ ਹੈ। ਜੇ ਆਪਾਂ ਇੱਥੇ ਕਹਾਂਗੇ ਜੀ ਬਾਬੇ ਫਰੀਦ ਜੀ ਦੇ ਸਲੋਕਾਂ ਨੂੰ ਕੰਪਲੀਟ ਕਰਨ ਵਾਸਤੇ ਅੱਗੇ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਅਤੇ ਫਿਰ ਇੱਕੇ ਗੁਰੂ ਦੇ ਸਲੋਕ ਤਿੰਨ ਦੋ ਵਾਰ ਆਉਣ ਦਾ ਕੀ ਮੀਨਿੰਗ ਰਹਿ ਗਿਆ? ਫਿਰ ਇਹ ਤਾਂ ਗੁਰੂ ਸਾਹਿਬ ਜੀ ਦੀ ਆਪਣੀ ਖੇਡ ਹੈ, ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਤਾਂ ਇੱਥੇ ਜਿਹੜਾ ਹੁਣ ਸ਼ਬਦ ਆਇਆ, ਜਦੋਂ ਆਪਾਂ ਭਗਤ ਫਰੀਦ ਜੀ ਦੇ ਸਲੋਕਾਂ ਦਾ ਪਾਠ ਕਰਦੇ, ਤਾਂ ਪਹਿਲਾ ਸਲੋਕ ਹੈ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ। ਇਹ ਹੁਣ ਭਗਤ ਫਰੀਦ ਜੀ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਆ ਜਿਹੜੇ ਲੋਕ ਇੱਦਾਂ ਰੱਬ ਨੂੰ ਪਾਉਣ ਦੀ ਇੱਛਾ ਰੱਖਦੇ ਆ ਕਿ ਮੈਂ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ। ਜਿਵੇਂ ਤੰਦੂਰ ਤਪਦਾ, ਜਦੋਂ ਆਪਾਂ ਜਿਨ੍ਹਾਂ ਤੰਦੂਰ 'ਤੇ ਕਦੀ ਰੋਟੀਆਂ ਲੱਥਦੀਆਂ ਵੇਖੀਆਂ, ਜਾਂ ਜਿਨ੍ਹਾਂ ਨੇ ਹੱਥੀਂ ਰੋਟੀਆਂ ਕਦੀ ਤੰਦੂਰ 'ਤੇ ਲਾਈਆਂ, ਉਹਨਾਂ ਨੂੰ ਪਤਾ ਹੈ ਕਿ ਤੰਦੂਰ ਦੇ ਵਿੱਚ ਬਾਲਣ ਪਾਇਆ ਜਾਂਦਾ, ਉਹਨੂੰ ਇਹ ਤਪਾਇਆ ਜਾਂਦਾ, ਲਾਲ ਕੀਤਾ ਜਾਂਦਾ, ਫਿਰ ਜਾ ਕੇ ਉਹਦੇ ਵਿੱਚ ਰੋਟੀ ਬਣਦੀ ਹੈ। ਕਹਿੰਦੇ ਮੈਂ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ, ਕਸ਼ਟ ਦੇਵਾਂ ਆਪਣੇ ਸਰੀਰ ਨੂੰ, ਕਿਉਂਕਿ ਇੱਦਾਂ ਕਸ਼ਟ ਦਿੱਤਾ ਜਾ ਰਿਹਾ ਸੀ। ਤੁਸੀਂ ਵੇਖੋ ਚੁਗਰਦੇ 'ਚ ਅੱਜ ਵੀ ਲੋਕ ਧੂਣੀਆਂ ਤਾਉਣ ਵਾਲੇ ਹੈਗੇ ਨੇ, ਅੱਜ ਵੀ ਅੱਤ ਦੀ ਸਰਦੀ ਵਿੱਚ ਠੰਡਿਆਂ ਪਾਣੀਆਂ 'ਚ ਖਲੋ ਕੇ ਚਲੀਏ ਕੱਟਣ ਵਾਲੇ ਲੋਕ ਵੀ ਹੈਗੇ ਨੇ। ਉਸ ਸਮੇਂ ਵੀ ਸੀ, ਅੱਜ ਵੀ ਕਿੰਨੇ ਨਾਂਗੇ ਸਾਧੂ ਇਹੋ ਜਿਹਾ ਪਖੰਡ ਕਰਦੇ, ਕਿੱਦਾਂ ਉਬਲਦਿਆਂ ਪਾਣੀਆਂ 'ਚ ਬਹਿ ਕੇ ਉਹ ਅੱਗ ਦੇ ਉੱਤੇ ਬੈਠ ਕੇ ਆਪਣੇ ਆਪ ਨੂੰ ਕਸ਼ਟ ਦੇਣ ਦਾ ਯਤਨ ਕਰਦੇ ਵੀ ਸ਼ਾਇਦ ਇੱਦਾਂ ਪਰਮਾਤਮਾ ਮਿਲ ਜਾਏ। ਭਗਤ ਫਰੀਦ ਜੀ ਕਹਿੰਦੇ ਨੇ ਲੋਕਾਂ ਦਾ ਇਹ ਮੰਨਣਾ ਸੀ, ਲੋਕ ਇੱਦਾਂ ਕਰਦੇ ਸੀ ਕਿ ਤਨ ਤਪੈ ਤਨੂਰ ਜਿਉਂ, ਤਨ ਤਨੂਰ ਤਾਂ ਤਪ ਜਾਏ, ਬਾਲਣ ਹੱਡ ਬਲਨ, ਆਪਣਿਆਂ ਹੱਡਾਂ ਨੂੰ ਇੱਦਾਂ ਤਪਾਈਏ, ਇੱਦਾਂ ਕਸ਼ਟ ਦੀ ਜਿਵੇਂ ਬਾਲਣ ਬਾਲ ਦਈਦਾ। ਪੈਰੀ ਥੱਕਾਂ, ਪੈਰਾਂ ਨਾਲ ਤੁਰਦਿਆਂ ਥੱਕ ਜਾਵਾਂ, ਸਿਰ ਜੁਲਾਂ, ਸਿਰ ਪਰਨੇ ਹੋ ਕੇ ਤੁਰਾਂ, ਜੇ ਮੂੰਹ ਪਿਰੀ ਮਿਲਨ, ਜੇ ਮੈਨੂੰ ਇੱਦਾਂ ਮਿਲਦਾ ਹੋਵੇ ਤਾਂ। ਇਹ ਭਗਤ ਫਰੀਦ ਜੀ ਆਪਣੀ ਗੱਲ ਨਹੀਂ ਕਰ ਰਹੇ ਕਿ ਮੈਂ ਇੱਦਾਂ ਕਰਾਂ, ਇੱਥੇ ਗੱਲ ਕਰ ਰਹੇ ਜਿਹੜੇ ਲੋਕ ਇੱਦਾਂ ਕਰਦੇ ਸੀ ਕਿ ਮੂੰਹ ਪਿਰੀ, ਮੈਨੂੰ ਜੇ ਇੱਦਾਂ ਮਿਲਦਾ ਹੋਵੇ ਤਾਂ ਮੈਂ ਇੱਦਾਂ ਕਰਾਂ। ਕਿਉਂਕਿ ਜੇ ਬਾਬਾ ਫਰੀਦ ਜੀ ਇੱਦਾਂ ਕਰਦੇ ਹੁੰਦੇ ਜਾਂ ਇੱਦਾਂ ਉਹਦਾ ਮੰਨਣਾ ਹੁੰਦਾ, ਤਾਂ ਫਿਰ ਉਹ ਆਪਣੇ ਸਲੋਕਾਂ 'ਚ ਇਹ ਗੱਲ ਕਿਉਂ ਕਰਦੇ ਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ? ਉਹ ਤਾਂ ਇਹ ਗੱਲ ਕਲੀਅਰ ਕਰ ਚੁੱਕੇ ਵੀ ਜੰਗਲ ਕੀ ਭਾਉਣ ਦਾ ਫਾਇਦਾ ਹੈ। ਫਰੀਦਾ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਕੀ ਤੂੰ ਜੰਗਲ ਦੇ ਕੰਡੇ ਜਿਹੜੇ ਨੇ ਉਹ ਫੇਂਦਾ ਫਿਰਦਾ? ਵਣ ਜੰਗਲ ਕੰਡਾ ਮੋੜੇ ਦਾ ਅਰਥ ਕੀ ਹੈ? ਕੰਡਿਆਂ ਨੂੰ ਮੋੜਨੇ, ਉਹ ਕੰਡੇ ਉੱਤੇ ਪੈਰ ਰੱਖੀਏ ਕੰਡਾ ਮੁੜਦਾ ਹੈ ਨਾ, ਫੇਂਦੀ ਜਾ ਅੱਗੇ ਲੰਘੀਦਾ। ਕੀ ਜੰਗਲਾਂ ਦੇ ਕੰਡੇ ਫੇਂਦਾ ਫਿਰਦਾ? ਕੀ ਥਾਂ 'ਤੇ ਜੰਗਲ ਵਿੱਚ ਤੁਰਿਆ ਫਿਰਦਾ? ਵੱਸੀ ਰੱਬ ਹਿਆਲੀ ਹੈ, ਵੱਸੀ ਦਾ ਮੀਨਿੰਗ ਹੈ ਵੱਸਦਾ ਹੈ, ਰੱਬ ਹਿਆਲੀ ਹੈ ਹਿਰਦੇ ਵਿੱਚ, ਜੰਗਲ ਕਿਆ ਢੂੰਡੇ। ਹੁਣ ਇਹ ਸਲੋਕ 19 ਨੰਬਰ ਹੈ, ਬਾਬੇ ਫਰੀਦ ਜੀ ਦੇ ਸਲੋਕਾਂ ਵਿੱਚ 19 ਨੰਬਰ ਸਲੋਕ ਹੈ। ਵੱਸੀ ਰੱਬ ਹਿਆਲੀ ਹੈ, ਵਸਦਾ ਹੈ ਰੱਬ ਹਿਆਲੀ ਹਿਰਦੇ ਵਿੱਚ, ਜੰਗਲ ਕਿਆ ਢੂੰਡੇ, ਜੰਗਲ ਵਿੱਚ ਕੀ ਲੱਭਦਾ ਫਿਰਦਾ। ਹੁਣ ਜਿਹੜੇ ਭਗਤ ਫਰੀਦ ਜੀ ਇਹ ਵਿਸ਼ਾ ਕਲੀਅਰ ਕਰ ਚੁੱਕੇ ਨੇ ਕਿ ਮਾਲਕ ਅੰਦਰ ਵਸਦਾ ਹੈ, ਅਤੇ ਉਹਨੂੰ ਪਾਉਣ ਲਈ ਭਲਾ ਉਹ ਤਨ ਤੰਦੂਰ ਨਾਲ ਤਪਾਉਣ ਦੀ ਗੱਲ ਕਰਨਗੇ ਭਲਾ, ਆਪਣੇ ਹੱਡਾਂ ਨੂੰ ਬਾਲਣ ਤਰ੍ਹਾਂ ਬਾਲਣ ਦੀ ਗੱਲ ਕਰਨਗੇ ਭਲਾ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਾਉਣ ਦੀ ਗੱਲ ਕਰਨਗੇ ਭਲਾ? ਇਹ ਤਾਂ ਦੂਜੇ ਮਤ ਦੀ ਗੱਲ ਭਗਤ ਫਰੀਦ ਜੀ ਸਾਹਮਣੇ ਰੱਖ ਰਿਹਾ ਵੀ ਲੋਕ ਕਹਿੰਦੇ ਜੇ ਇੱਦਾਂ ਮਿਲਦਾ ਹੋਵੇ ਤਾਂ ਅਸੀਂ ਇੱਦਾਂ ਕਰੀਏ, ਜਾਂ ਲੋਕ ਇੱਦਾਂ ਕਰਦੇ ਨੇ। ਅੱਜ ਵੀ ਤੁਸੀਂ ਵੇਖੋ, ਜਦੋਂ ਮੈਨੂੰ ਯਾਦ ਹੈ, ਅਸੀਂ ਇੱਕ ਵਾਰ ਖੰਨੇ ਦੇ ਲਾਗੇ ਦੀ ਗੱਲ, ਅਸੀਂ ਅੰਬਾਲੇ ਤੋਂ ਆ ਰਹੇ ਸੀ, ਅਤੇ ਇੱਕ ਵਿਅਕਤੀ ਰਿੜਦਾ ਆ ਰਿਹਾ ਸੀ, ਉਹਨੇ ਆਪਣੇ ਸਰੀਰ 'ਤੇ ਕੁਝ ਕੱਪੜੇ ਬੱਧੇ ਸੀ। ਹੁਣ ਉਹਦੀ ਕੋਈ ਤਮੰਨਾ ਸੀ, ਉਹ ਕਿਤੇ ਮੰਨਦਾ ਸੀ। ਬੜੇ ਲੋਕ ਨੇ ਇੱਦਾਂ ਦੇ ਜਿਹੜੇ ਨੰਗੇ ਪੈਰੀ ਤੁਰ ਕੇ ਆਪਣੇ ਇਸ਼ਟ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਅੱਜ ਵੀ ਲੋਕ ਤੁਹਾਨੂੰ ਇੱਦਾਂ ਦੇ ਮਿਲਦੇ ਨੇ।
ਉਹ ਆਪਣੇ ਉਹ ਰਿੜਦਾ ਆ ਰਿਹਾ ਸੀ। ਇੱਕ ਹੁੰਦਾ ਨਾ ਬੰਦੇ ਵਿੱਚ ਪੂਰਾ ਮੂਧਾ ਲੰਮਾ ਪੈ ਕੇ ਫਿਰ ਨਿਸ਼ਾਨੀ ਲਾਉਣੀ ਦੂਜੇ ਨੇ, ਫਿਰ ਦੂਜੇ ਨੇ ਖੜੇ ਹੋਣਾ। ਆ ਮੋਗੇ ਲਾਗੇ ਕਬਰ ਹੈ ਬੜੀ ਮਸ਼ਹੂਰ। ਅਸੀਂ ਇੱਕ ਵਾਰ ਮੈਂ ਤੇ ਭਾਈ ਸੁਖਿੰਦਰ ਸਿੰਘ ਦਦੇਰ ਅਸੀਂ ਦੋਨੋਂ ਆ ਰਹੇ ਸੀ ਅਤੇ ਇੱਕ ਜਵਾਨ ਲੜਕੀ ਇੱਦਾਂ ਰੋਡ ਦੇ ਉੱਤੇ ਲੰਮੀ ਪੈ ਰਹੀ ਹੈ ਅਤੇ ਲਾਗੇ ਉਹਦੀ ਮਾਂ ਨਿਸ਼ਾਨੀਆਂ ਲਾ ਰਹੀ ਹੈ। ਫਿਰ ਉਹ ਲੜਕੀ ਖੜੀ ਹੋ ਕੇ ਅੱਗੇ ਨਮਸਕਾਰ ਕਰਦੀਆਂ ਪੂਰੀ ਲੰਮੀ ਪੈ ਜਾਂਦੀ ਰੋਡ ਦੇ ਉੱਤੇ। ਅੱਤ ਦੀ ਗਰਮੀ ਹੈ। ਅਸੀਂ ਲਾਗੋਂ ਦੀ ਰੋਡ ਤੋਂ ਗੱਡੀ ਲੰਘਾਈ, ਪਰ ਮੇਰੇ ਕੋਲ ਰਿਹਾ ਨਹੀਂ ਗਿਆ। ਅਸੀਂ ਗੱਡੀ ਅੱਗੇੋਂ ਮੋੜ ਕੇ ਫਿਰ ਵਾਪਸ ਆਏ ਸੀ। ਉਸ ਭੈਣ ਨਾਲ ਗੱਲਾਂ ਕੀਤੀਆਂ, ਪੁੱਛਿਆ ਵੀ ਇਹ ਕਿਉਂ ਕਰ ਰਹੇ ਤੁਸੀਂ, ਕਿਉਂ ਪਖੰਡ ਕਰ ਰਹੇ ਤੁਸੀਂ? ਨਹੀਂ ਜੀ, ਸੁਖਣਾ ਸੁੱਖੀ ਸੀ ਸਾਡੀ ਬੇਟੀ ਇੰਨੇ ਨੰਬਰ ਲੈ ਕੇ ਪਾਸ ਹੋਵੇ, ਅਸੀਂ ਘਰੋਂ ਹੀ ਪਰਿਕਰਮਾ ਕਰਦੇ ਆਵਾਂਗੇ। ਅਤੇ ਅਸੀਂ ਉਸ ਬੱਚੀ ਨੂੰ ਇੰਨੇ ਪੁੱਛਿਆ ਸੀ ਵੀ ਜਦੋਂ ਤੁਸੀਂ ਸੁਖਣਾ ਸੁੱਖਤੀ ਫਿਰ ਤੁਹਾਨੂੰ ਪੜ੍ਹਨ ਦੀ ਲੋੜ ਤਾਂ ਨਹੀਂ ਪਈ ਹੋਣੀ? ਨਹੀਂ ਜੀ, ਪੜ੍ਹੀ ਹੈ ਮੈਂ, ਆਪ ਸਟੱਡੀ ਕੀਤੀ, ਆਪ ਐਗਜ਼ਾਮ ਦਿੱਤੇ ਨੇ। ਜਦੋਂ ਸੁਖਣੇ ਸੁੱਖ ਲਈ ਫਿਰ ਐਗਜ਼ਾਮ ਦੇਣ ਦੀ ਕੀ ਲੋੜ ਸੀ, ਫਿਰ ਪੜ੍ਹਨ ਦੀ ਕੀ ਲੋੜ ਸੀ? ਵੀ ਜਦੋਂ ਤੁਸੀਂ ਕਿਸੇ ਬੰਦੇ ਕੋਲੋਂ ਕੰਮ ਕਰਾਉਣਾ ਹੈ, ਤੁਸੀਂ ਸਿਫਾਰਿਸ਼ ਕਰਤੀ ਵੀ ਆਹ ਚੱਕ ਪੈਸੇ, ਆਹ ਕੰਮ ਕਰ, ਤੁਹਾਨੂੰ ਫਿਰ ਅੱਛੀ ਥੋੜ੍ਹਾ ਤੁਹਾਡੇ ਸਾਰਾ ਕੁਝ ਤੁਹਾਨੂੰ ਬਣਿਆ ਬਣਾਤਾ ਘਰੇ ਮਿਲਣਾ ਚਾਹੀਦਾ। ਪਰ ਗੱਲ ਅੰਧ ਵਿਸ਼ਵਾਸ ਦੀ ਹੈ। ਸਾਡੇ ਸਮਾਜ ਵਿੱਚ ਕਿੰਨੇ ਇਰਦ ਗਿਰਦ ਤੁਸੀਂ ਵੇਖੋ ਕਿੱਦਾਂ ਦੇ ਲੋਕ। ਆਪ 4 ਦਿਨ ਪਹਿਲੇ ਇੱਕ ਬਾਬੇ ਦੀ ਫੋਟੋ ਪਾਈ ਸੀ ਨਾ, ਉੱਦਾਂ ਘਰ 'ਚ ਕੋਈ ਔਰਤ ਉੱਤੇ ਮਰਦ ਹੱਥ ਚੱਕੇ, ਭਰਾ ਚੱਕੇ, ਪਿਤਾ ਚੱਕੇ, ਪਤੀ ਚੱਕੇ ਅਤੇ ਸਮਾਜ 'ਚ ਬਵਾਲ ਖੜਾ ਹੋ ਜਾਂਦਾ ਹੈ। ਅਸੀਂ ਆਪ ਕਹਿੰਦੇ ਵੀ ਗਲਤ ਹੈ ਭਾਈ ਔਰਤ 'ਤੇ ਹੱਥ ਚੱਕਿਆ। ਉੱਥੇ ਇੱਕ ਪਖੰਡੀ ਬਾਬਾ ਚਪੇੜਾ ਮਾਰ ਰਿਹਾ ਉਸ ਬੀਬੀ 'ਤੇ, ਬੀਬੀ ਖੁਸ਼ੀ ਨਾਲ ਮਰਾ ਰਹੀ ਹੈ ਚਪੇੜਾਂ ਵੀ। ਹੋ ਸਕਦਾ ਘਰ ਕਿਤੇ ਉਹ ਇਹ ਨਾ ਆਖਣ ਦਿੰਦੀ ਹੋਵੇ ਕਿਸੇ ਨੂੰ, ਪਰ ਧਰਮ ਦੇ ਨਾਂ 'ਤੇ ਕਿੱਦਾਂ ਉਹ ਥੱਪੜ ਖਾ ਰਹੀ ਹੈ, ਚਿਮਟੇ ਖਾ ਰਹੀ ਹੈ। ਅਤੇ ਬਾਬਾ ਵੀ ਤੁਸੀਂ ਵੇਖੋ ਕਿੱਦਾਂ ਜ਼ੋਰ ਜ਼ੋਰ ਨਾਲ ਚਿਮਟੇ 'ਤੇ ਉਹ ਚਪੇੜਾ ਮਾਰ ਰਿਹਾ। ਤਾਂ ਇਹ ਸਭ ਇੱਦਾਂ ਦੇ ਤੁਹਾਨੂੰ ਅੱਜ ਵੀ ਮਿਲ ਜਾਂਦੇ ਨੇ। ਨਾਗੇ ਸਾਧੂ ਸਰੀਰ 'ਤੇ ਸੁਆਹ ਮੰਨਣ ਵਾਲੇ ਕਿੱਦਾਂ ਕੀ ਸੋਚੋ, ਜਿਹੜੇ ਲੋਕ ਇੱਕ ਪਖੰਡੀ ਕੋਲ ਜਾ ਕੇ ਚਪੇੜਾਂ ਖਾ ਰਹੇ ਆ, ਇਹਨਾਂ ਕੋਲੋਂ ਚੰਗੀ ਲੀਡਰਸ਼ਿਪ ਦੀ ਤੁਸੀਂ ਸੋਚ ਕਿੱਥੋਂ ਰੱਖੋਗੇ ਵੀ ਚੰਗੀ ਲੀਡਰਸ਼ਿਪ ਚੁਣ ਲੈਣਗੇ? ਅਤੇ ਕਦੀ ਲੋਕ ਆਪਣੇ ਹੱਕਾਂ ਪ੍ਰਤੀ ਵੀ ਲੜ ਸਕਦੇ ਆ। ਸਮਾਜ ਵਿੱਚੋਂ ਹੀ ਵੇਖਿਆ ਜਾ ਸਕਦਾ ਨਾ, ਜਦੋਂ ਦਾਲ ਬਣਾਈ ਜਾਂਦੀ ਹੈ, ਘਰ ਭੈਣਾਂ ਦਾਲ ਚੌਲ ਬਣਾਉਂਦੀਆਂ, ਉਹ ਸਾਰੇ ਪਤੀਲੇ ਕੁੱਕਰ 'ਚੋਂ ਦਾਲ ਚੌਲ ਬਾਹਰ ਕੱਢ ਕੇ ਥੋੜ੍ਹਾ ਚੈੱਕ ਕਰਦੇ, ਉਹ ਮੂੰਹ ਦੀ ਕੜਛੀ ਕਰਕੇ 1-2 ਦਾਣਿਆਂ ਨੂੰ ਫੇਂਕ ਕੇ ਵੇਖ ਲੈਂਦੀਆਂ। ਸਮਾਜ ਵਿੱਚੋਂ ਤੁਹਾਨੂੰ ਇੱਦਾਂ ਦੀਆਂ ਵੰਡਗੀਆਂ ਤੋਂ ਪਤਾ ਲੱਗਦਾ। ਆ ਪਿੱਛੇ ਜਿਹੇ ਇੱਕ ਲੀਡਰ ਸੀ, ਉਹ ਕਿਸੇ ਬਾਬੇ ਕੋਲ ਚਲਾ ਗਿਆ, ਬਾਬਾ ਜੀ ਮੈਂ ਵੋਟਾਂ ਮੈਨੂੰ ਪੈ ਜਾਣਗੀਆਂ, ਮੈਂ ਜਿੱਤ ਜਾਵਾਂਗਾ। ਉਹਨੇ ਕਿਹਾ ਗਧੇ 'ਤੇ ਚੜ੍ਹ ਜਾ। ਇੱਕ ਮਸ਼ਹੂਰ ਲੀਡਰ ਬਾਬੇ ਨੇ ਗਧੇ 'ਤੇ ਚੜ੍ਹਾਤਾ ਅਤੇ ਉਹਦੀ ਅਖਬਾਰ 'ਚ ਫੋਟੋ ਵੀ ਆਈ ਸੀ। ਹੁਣ ਜਿਹੜੇ ਲੀਡਰ ਖੁਦ ਗਧਿਆਂ 'ਤੇ ਚੜ੍ਹ ਕੇ ਜਿੱਤਣ ਦੀ ਆਸ ਰੱਖ ਕੇ ਬੈਠੇ ਨੇ, ਸੋਚ ਕੇ ਵੇਖੋ, ਸੱਚੀ ਗੱਲ ਹੈ, ਉਹ ਸਵਾਰੀ ਵੀ ਗਧਿਆਂ ਦੀ ਕਰ ਰਿਹਾ। ਗਧੇ ਕਿਸਮ ਦੇ ਲੋਕ ਨੇ ਜਿਨ੍ਹਾਂ ਦੇ ਲੀਡਰ ਇੱਦਾਂ ਦੇ ਨੇ, ਜਿਨ੍ਹਾਂ ਦੀ ਲੀਡਰਸ਼ਿਪ ਇੱਦਾਂ ਦੀ ਹੈ। ਹੈਰਾਨੀ ਨਹੀਂ ਹੋ ਰਹੀ? ਆਪਾਂ ਆਪਣੇ ਆਸੇ ਪਾਸੇ ਕੀ ਵੇਖ ਰਹੇ ਹਾਂ? ਆ ਕਰੋਨਾ ਨਾਂ ਦੀ ਮਹਾਂ ਬਿਮਾਰੀ ਸਾਰਿਆਂ ਦੇਸ਼ਾਂ 'ਚ ਆਈ ਹੈਗੀ ਹੈ। ਚਲੋ ਆਪਾਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਤੁਸੀਂ ਆਪਣੇ ਚੁਗਰ ਦੇ ਧਿਆਨ ਮਾਰੋ। ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ, ਕੀ ਲੀਡਰਸ਼ਿਪ ਪ੍ਰਬੰਧ ਕਰ ਸਕੀਏ? ਇੱਥੇ ਬੜੀਆਂ ਬੜੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਨੇ, ਪਰ ਇੱਥੇ ਧਿਆਨ ਨਹੀਂ ਦਿੱਤਾ ਗਿਆ ਵੀ ਬੇਸਿਕ ਜ਼ਰੂਰਤਾਂ ਕੀ ਨੇ। ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲਿਆ ਸਦਾ। ਜਿਹੜੇ ਲੋਕ ਬਿਪਤਾ ਪੈਣ ਤੋਂ ਪਹਿਲਾਂ ਬਿਪਤਾ ਦੀ ਤਿਆਰੀ ਕਰ ਲੈਂਦੇ ਨੇ, ਉਹ ਬਿਪਤਾ ਵੇਲੇ ਘਬਰਾਉਂਦੇ ਨਹੀਂ। ਸਾਨੂੰ ਤਾਂ ਕਿੰਨਾ ਚਿਰ ਹੋ ਗਿਆ, ਇਸ ਤੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਸੀ। ਪਰ ਵੇਖੋ ਸਾਡੀ ਲੀਡਰਸ਼ਿਪ ਸਾਰੀ ਫੇਲ ਇਸ ਮਾਮਲੇ 'ਚ। ਤਾਂ ਗੱਲ ਸਮਝਣ ਦੀ ਜ਼ਰੂਰਤ ਹੈ। ਇਹ ਤੋਂ ਪਤਾ ਲੱਗਦਾ ਵੀ ਇੱਥੇ ਆ ਜਿਹੜੇ ਸ਼ਬਦ ਵਰਤੇ ਨੇ ਅੱਜ ਵੀ ਚੁਗਰਦੇ। ਤੁਸੀਂ ਮਾਰ ਕੇ ਵੇਖੋ ਧਿਆਨ, ਧਰਮ ਦੇ ਨਾਂ 'ਤੇ ਕਿੱਦਾਂ ਗੁੰਮਰਾਹ ਕੀਤਾ ਜਾ ਰਿਹਾ। ਤਾਂ ਖੈਰ ਜਿਹੜੀ ਗੱਲ ਕਰ ਰਹੇ ਹਾਂ ਆਪਾਂ ਇੱਥੇ, ਕਿ ਇਹ ਮੰਨਣਾ ਸੀ ਭਗਤ ਫਰੀਦ ਜੀ ਕਹਿੰਦੇ ਲੋਕਾਂ ਦਾ, ਕਿ ਮੈਂ ਅੱਜ ਵੀ ਲੋਕ ਹੈਗੇ ਨੇ ਜਿਹੜੇ ਰਿੜ ਕੇ ਆਪਣੇ ਧਾਰਮਿਕ ਅਸਥਾਨਾਂ ਜਾਂਦੇ, ਅਕੀਦੇ ਨੇ ਆਪਣੇ ਆਪਣੇ ਉਹਨਾਂ ਦੇ, ਇੱਦਾਂ ਉਹ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਪਰ ਗੁਰਮਤ ਦਾ ਮੰਨਣਾ ਕੀ ਹੈ? ਗੁਰਮਤ ਇਹਨਾਂ ਗੱਲਾਂ ਦਾ ਖੰਡਨ ਕਰਦੀ ਹੈ। ਗੁਰਮਤ ਤੇ ਵੱਸੀ ਰੱਬ ਹੈਲੀਏ ਦੀ ਗੱਲ ਕਰਦੀ ਹੈ, ਸਰਬ ਵਿਆਪਕ ਪਰਮਾਤਮਾ ਦੀ ਗੱਲ ਕਰਦੀ ਹੈ, ਜਰੇ ਜਰੇ ਦੀ ਗੱਲ ਕਰਦੀ ਹੈ, ਕਣ ਕਣ ਦੀ ਗੱਲ ਕਰਦੀ ਹੈ। ਕਿਤੇ ਵੱਖਰੇ ਬੈਠੀ ਕਿਸੇ ਸ਼ਕਤੀ ਦੀ ਗੱਲ ਬਾਣੀ ਕਰਦੀ ਹੀ ਨਹੀਂ। ਕੋਈ ਵੱਖਰਾ ਕਿਤੇ ਬੈਠਾ, ਉਹ ਕਹਿੰਦੇ ਸਰਬ ਵਿਆਪਕ ਹੈ। ਬਾਣੀ ਤੇ ਇਹ ਜੇ ਲਿਖਿਆ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ, ਘਟ ਘਟ ਮਾਧੋ ਜੀਆਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਪੋਹ ਮਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ, ਹੁਣ ਬਾਣੀ ਜਿਹੜੀ ਘਟ ਹੀ ਖੋਜੋ ਭਾਈ ਦੀ ਗੱਲ ਕਰ ਰਹੀ ਹੈ, ਉਹ ਤਨ ਤਪੇ ਤੰਦੂਰ ਜਿਉਂ ਬਾਲਣ ਹੱਡ ਬਲਨ ਦੀ ਗੱਲ ਕਿਉਂ ਕਰੇਗੀ ਭਲਾ? ਹੁਣ ਉਹ ਜਿਹੜੀ ਬਾਣੀ ਵੱਸੀ ਰੱਬ ਹਜ਼ਾਰੇ ਦੀ ਗੱਲ ਕਰ ਰਹੀ ਹੈ, ਕੋਈ
ਗੁਰੂ ਦਾ ਗਿਆਨ ਲੈਣ ਲਈ ਗੁਰਦੁਆਰੇ ਨੰਗੇ ਪੈਰੀ ਜਾਵੇ, ਕਿੱਦਾਂ ਪ੍ਰਵਾਨਗੀ ਹੋਏਗੀ? ਸੋਚ ਕੇ ਵੇਖੋ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਵ ਵਿਆਪਕ ਦੀ ਗੱਲ ਕਰ ਰਹੀ ਹੈ, ਕੋਈ ਉਹਦੇ ਲਾਗੇ ਹੀ ਕਰਮ ਕਾਂਡ ਕਰੇ, ਲਾਗੇ, ਇਹਨੂੰ ਕਹਿੰਦੇ ਦੀਵੇ ਥੱਲੇ ਹਨੇਰਾ। ਅੱਜ ਉਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਕਿੱਦਾਂ ਜੋਤਾਂ ਜਗ ਰਹੀਆਂ, ਕਿੱਦਾਂ ਟੱਲੀਆਂ ਖੜਕ ਰਹੀਆਂ। ਮੰਦਰਾਂ ਦੇ ਭੁਲੇਖੇ ਪੈਂਦੇ ਨੇ ਕਈਆਂ ਗੁਰਦੁਆਰਿਆਂ 'ਚ, ਟੱਲੀਆਂ ਖੜਕ ਰਹੀਆਂ ਨੇ, ਖੜਤਾਲਾਂ ਖੜਕ ਰਹੀਆਂ ਨੇ, ਜੋਤਾਂ ਜਗ ਰਹੀਆਂ ਨੇ। ਐ ਫੀਲਿੰਗ ਆਉਂਦੀ ਜਿਵੇਂ ਕਿਸੇ ਤੁਸੀਂ ਮੰਦਰ 'ਚ ਬੈਠੇ ਹੁੰਦੇ ਨੇ। ਬਾਣੀ ਸਮਝਣ ਦਾ ਵਿਸ਼ਾ ਸੀ। ਸਭ ਸਿੱਖ ਨੂੰ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਗੱਲ ਤੇ ਮੰਨਣ ਦੀ ਸੀ। ਅਸੀਂ ਸਾਰਾ ਜ਼ੋਰ ਹੀ ਇਸ ਚੀਜ਼ 'ਤੇ ਦੇ ਦਿੱਤਾ। ਇਸੇ ਕਰਕੇ ਹੀ ਅੱਜ ਅਸੀਂ ਠਾਹ ਨੂੰ ਗਏ, ਅਸੀਂ ਤਾਂ ਨੂੰ ਨਹੀਂ ਗਏ। ਸੋਚ ਨੂੰ ਅਸੀਂ ਉੱਚਾ ਨਹੀਂ ਚੁੱਕ ਸਕੇ। ਬੱਚੇ ਨੂੰ ਇਹ ਨਹੀਂ ਆਖਿਆ ਇੱਥੇ ਤਰ੍ਹਾਂ ਤਰ੍ਹਾਂ ਦੇ ਅਡੰਬਰ ਅਤੇ ਪਖੰਡ ਪੈਦਾ ਕੀਤੇ ਗਏ। ਬੱਚੇ ਨੂੰ ਇਹ ਨਹੀਂ ਕਿਹਾ ਤੂੰ ਪੜ੍ਹ ਸਮਝ, ਤੇਰੇ ਅੰਦਰ ਕੋਈ ਗੁਰਮਤ ਦੀ ਗੱਲ ਜਾਵੇ, ਤੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰ, ਤੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਵੇਂ, ਤੈਨੂੰ ਆਪਣੇ ਹੱਕਾਂ ਦਾ ਪਤਾ ਹੋਵੇ, ਤੇਰੇ ਹੱਕ ਕੀ ਨੇ। ਅੱਜ ਚੇਤਾ ਕਰਾਉਣਾ ਪੈ ਰਿਹਾ। ਅੱਜ ਤਾਂ ਬੰਦੇ ਨੂੰ ਹਲੂਣ ਕੇ ਜਗਾਉਣਾ ਪੈ ਰਿਹਾ, ਤੇਰੇ ਹੱਕ ਆ ਨੇ। ਹੁਣ ਜੇ ਸਮਾਜ 'ਚ ਇੱਦਾਂ ਦੇ ਲੋਕ ਵਸਦੇ ਹੋਣ, ਤਰੱਕੀ ਕਿੱਦਾਂ ਹੋਏਗੀ ਸਮਾਜ ਦੀ? ਸੋਚ ਕੇ ਵੇਖੋ। ਤੇ ਮਾਫ਼ ਕਰਨਾ, ਇਹੋ ਜਿਹੇ ਲੋਕ ਕਿਸੇ ਵੀ ਦੇਸ਼ ਚਲ ਜਾਣ, ਉਹ ਸਾਫ਼ ਸੁਥਰੇ ਦੇਸ਼ਾਂ ਵਿੱਚ ਵੀ ਗੰਦ ਪਾਉਣ ਤੋਂ ਗੁਰੇਜ਼ ਨਹੀਂ ਕਰਨਗੇ, ਕਿਉਂਕਿ ਸੋਚ ਐਸੀ ਹੈ ਨਾ। ਤਾਂ ਹੋਇਆ ਵੀ ਆ ਵਿਦੇਸ਼ਾਂ ਵਾਲਿਆਂ ਦੇ, ਉਹਨਾਂ ਦੇ ਵੀ ਜਾ ਕੇ ਹੱਥ ਵੇਖਣ ਲੱਗ ਪਏ, ਉੱਥੇ ਵੀ ਟੂਣੇ ਕਰਨ ਲੱਗ ਪਏ। ਉਹ ਕਹਿੰਦੇ ਤਾਂ ਹੋਣੇ ਵੀ ਤੁਸੀਂ ਸਾਡੇ ਕੋਲ ਆਏ ਜੇ, ਇੱਥੇ ਉੱਥੇ ਵੀ ਤਾਂਤਰਿਕ, ਪਾਂਦੇ, ਜੋਤਸ਼ੀ, ਬਾਬੇ, ਸਿਆਣੇ। ਸੋਚ ਕੇ ਵੇਖੋ ਤੁਸੀਂ, ਤੋ ਇਹ ਤੋਂ ਪਤਾ ਲੱਗਦਾ ਮਾਨਸਿਕਤਾ ਨੀਵੀਂ ਹੈ ਸਾਡੀ, ਸੋਚ ਨੀਵੀਂ ਹੈ। ਤੋ ਇੱਥੇ ਪਾਤਸ਼ਾਹ ਜਿਹੜੀ ਕਹਿੰਦੇ ਨੇ ਗੱਲ, ਤਨ ਨਾ ਤਪਾਏ ਤਨੂਰ ਜਿਉਂ, ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾਉਣ ਦੀ ਲੋੜ ਨਹੀਂ, ਭਾਵ ਕਸ਼ਟ ਦੇਣ ਦੀ ਲੋੜ ਨਹੀਂ, ਭਾਵ ਕੋਈ ਚਲੀਆ ਕੱਟਣ ਦੀ ਲੋੜ ਨਹੀਂ, ਭਾਵ ਧੂਣੀ ਤਪਾ ਕੇ ਬੰਨੇ ਬੰਨੇ ਬੈਠਣ ਦੀ ਲੋੜ ਨਹੀਂ। ਵੈਸੇ ਤਾਂ ਕਈ ਵਾਰੀ ਸੋਚੀਦਾ ਗੁਰੂ ਸਾਹਿਬ ਨੇ ਕਮਾਲ ਕਰਤੀ। ਜੋ ਵੀ ਲੋਕ ਧੂਣੀਆਂ ਤਪਾ ਕੇ ਬੈਠੇ ਸੀ, ਮਹਾਰਾਜ ਕਹਿੰਦੇ ਇਹਦਾ ਕੀ ਫਾਇਦਾ? ਕਹਿੰਦੇ ਕਸ਼ਟ ਦੇ ਰਹੇ, ਤਪ ਕਰ ਰਹੇ ਅਸੀਂ। ਮਹਾਰਾਜ ਕਹਿੰਦੇ ਇਸ ਤਪ ਦਾ ਫਾਇਦਾ ਕੀ ਦੱਸੋ? ਤੁਸੀਂ ਉਲਟਾ ਆਪਣਾ ਨੁਕਸਾਨ ਕਰਾ ਰਹੇ ਜੀ, ਫਾਇਦਾ ਕੀ ਹੈ? ਆਓ ਫਿਰ ਜੇ ਤਪ ਹੀ ਕਰਨਾ ਤਾਂ ਆਹ ਕਰੋ, ਅੱਗ ਬਲੇਗੀ, ਉੱਤੇ ਲੋਹ ਰੱਖੋ, ਤਵੀ ਰੱਖੋ, ਪ੍ਰਸ਼ਾਦੇ ਪੱਕਣਗੇ। ਹੁਣ ਇਹ ਤਪ ਹੈ। ਅੱਤ ਦੀ ਗਰਮੀ ਜਦੋਂ ਸਾਡੀਆਂ ਬੀਬੀਆਂ ਭੈਣਾਂ ਘਰਾਂ 'ਚ ਕਿਤੇ ਪ੍ਰਸ਼ਾਦਾ ਤਿਆਰ ਕਰਦੀਆਂ ਨੇ, ਉਹ ਕਿਸੇ ਭੁੱਖੇ ਦੀ ਪੇਟ ਦੀ ਅੱਗ ਬੁਝਦੀ ਹੈ। ਲੰਗਰਾਂ 'ਚ ਤੁਸੀਂ ਵੇਖੋ, ਅੱਤ ਦੇ ਜੂਨ ਜੁਲਾਈ ਦੇ ਮਹੀਨੇ ਜਦੋਂ ਲੰਗਰਾਂ 'ਚ ਪ੍ਰਸ਼ਾਦੇ ਪੱਕਦੇ, ਦਾਲਾਂ ਤਿਆਰ ਹੁੰਦੀਆਂ ਨੇ, ਬਣਾਉਣ ਵਾਲੇ ਨੂੰ ਕਿੱਦਾਂ ਅੱਤ ਦੀ ਗਰਮੀ ਵਿੱਚ ਵੀ। ਹੁਣ ਸਰਦੀਆਂ ਵਿੱਚ ਤਾਂ ਹਰ ਇੱਕ ਨੂੰ ਰਸੋਈ ਦੀ ਅੱਗ ਚੰਗੀ ਲੱਗਦੀ ਹੈ, ਕਿਚਨ ਦੀ ਅੱਗ ਚੰਗੀ ਲੱਗਦੀ ਹੈ, ਪਰ ਗਰਮੀਆਂ 'ਚ ਅੱਗ ਤੋਂ ਪਰਾਂ ਭੱਜਦਾ ਨਾ ਬੰਦਾ, ਪਰ ਪਤਾ ਵੀ ਰੋਟੀ ਤਾਂ ਪੱਕਣੀ ਹੈ। ਅੱਤ ਦੀ ਗਰਮੀ ਜਦੋਂ ਬੀਬੀਆਂ ਭੈਣਾਂ ਪ੍ਰਸ਼ਾਦਾ ਤਿਆਰ ਕਰਦੀਆਂ ਨੇ, ਲੰਗਰਾਂ ਦੇ ਉੱਤੇ ਵਿੱਚ ਪ੍ਰਸ਼ਾਦੇ ਤਿਆਰ ਹੁੰਦੇ ਨੇ, ਮਹਾਰਾਜ ਕਹਿੰਦੇ ਇਸ ਤਪ ਦਾ ਫਾਇਦਾ ਹੈ। ਕੀ ਇਹ ਤਪ ਹੈ ਕਿ ਪ੍ਰਸ਼ਾਦਾ ਤਿਆਰ ਹੋ ਰਿਹਾ, ਦਾਲਾਂ ਬਣ ਰਹੀਆਂ ਨੇ, ਸਬਜ਼ੀਆਂ ਬਣ ਰਹੀਆਂ ਨੇ, ਕਿਸੇ ਭੁੱਖੇ ਦੇ ਪੇਟ ਦੀ ਅੱਗ ਬੁਝੇਗੀ ਨਾ, ਅੱਗ ਉਹੀ ਚੁੱਕ ਕੇ ਮਾਰੇ ਨੇ ਇਸੇ ਲੈ ਆਂਦੇ। ਦੱਸਿਆ ਵੀ ਤੁਸੀਂ ਪਖੰਡ ਕਰਦੇ ਪਏ ਹੋ, ਪਖੰਡ ਨਾ ਕਰੋ। ਜੇ ਤੁਹਾਨੂੰ ਸ਼ੌਂਕ ਹੀ ਹੈ ਨਾ, ਫਿਰ ਇੱਦਾਂ ਕਰੋ ਨਾ। ਤੁਸੀਂ ਠੰਡਿਆਂ ਪਾਣੀਆਂ 'ਚ ਖਲੋਣ ਦਾ ਨਾਟਕ ਪਏ ਕਰਦੇ ਹੋ, ਕਿਸੇ ਪਿਆਸੇ ਨੂੰ ਜਲ ਛਕਾ ਦਿਓ। ਇੱਦਾਂ ਪਾਣੀ 'ਚ ਖਲੋਣ ਦਾ ਕੀ ਫਾਇਦਾ? ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿਓ। ਗੁਰੂ ਸਾਹਿਬ ਜੀ ਏਡੇ ਵਧੀਆ ਸਮਾਜ ਸੁਧਾਰਕ ਸੀ। ਉਹਨਾਂ ਨੇ ਸਮਾਜ ਜਿਹੜੀਆਂ ਆਈਆਂ ਗਿਰਾਵਟਾਂ, ਤੇ ਪਤਾ ਸੀ ਮਹਾਰਾਜ ਨੂੰ ਕਿ ਸਮਾਜ ਨੂੰ ਨੀਵੇਂ ਬੰਨੇ ਕਰਨ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਰਾਹ ਪਾਇਆ। ਹੁਣ ਕਜਾ ਤੇ ਉਸ ਪਖੰਡੀ ਬਾਬੇ ਨੇ ਉਸ ਬੀਬੀ ਨੂੰ ਸਮਝਾਉਣਾ ਸੀ ਵੀ ਤੇਰੇ ਘਰ 'ਚ ਜਿਹੜੀਆਂ ਪ੍ਰੋਬਲਮਾਂ ਪਤਾ ਕਿਹੜੀਆਂ ਨੇ, ਤੁਸੀਂ ਆਪਣੇ ਘਰ ਦੇ ਸਿਸਟਮ ਨੂੰ ਸਹੀ ਕਰੋ। ਉਹ ਚਪੇੜਾ ਮਾਰ ਰਿਹਾ, ਉਹਦੀ ਸੋਚ ਕੇ ਵੇਖੋ ਤੁਸੀਂ, ਉਹਦਾ ਜੀ ਤੇ ਭੂਤ ਆ ਗਿਆ ਜੀ। ਹੁਣ ਅਗਲੇ ਨੂੰ ਪਤਾ ਵੀ ਜੇ ਇਹਨੂੰ ਕਿਸੇ ਬੁੱਤ ਪੂਜ ਹਿੰਦੂ ਮੂਵੇ, ਉਹਨੂੰ ਪਤਾ ਵੀ ਇਹ ਪੱਥਰ ਨੂੰ ਪੂਜ ਕੇ ਲੋਕ ਪੱਥਰ ਬਣ ਗਏ। ਅੱਜ ਵੀ ਤੁਸੀਂ ਕੀ ਸੋਚਦੇ ਹੋ ਵੀ ਆਪਣੇ ਪਿੰਡਾਂ ਸ਼ਹਿਰਾਂ 'ਚ ਚੀਜ਼ਾਂ ਹੈ ਨਹੀਂ? ਸਾਡੇ ਲੋਕ ਚੌਂਕੀਆਂ ਭਰਨ ਜਾਂਦੇ ਨੇ, ਕੋਈ ਕਿਸੇ ਦੀ ਚੌਂਕੀ ਭਰਨ ਜਾਂਦਾ ਹੈ। ਕਿਹੜੇ ਲੋਕ ਨੇ ਜਿਹੜੇ ਮਾਨਸਿਕ ਤੌਰ 'ਤੇ ਬਿਲਕੁਲ ਨੀਵੇਂ, ਕੋਈ ਸਿੱਖਣਾ ਹੀ ਨਹੀਂ ਚਾਹੁੰਦੇ ਕਿਸੇ ਕੋਲੋਂ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਤਨ ਨਾ ਤਪਾਏ ਤਨੂਰ ਜਿਉਂ, ਆਪਣੇ ਤਨ ਨੂੰ ਤੰਦੂਰ ਇਤਨਾ ਤਪਾਉਣ ਦੀ ਲੋੜ ਨਹੀਂ। ਬਾਲਣ ਹੱਡ ਨਾ ਬਾਲ, ਆਪਣੇ ਹੱਡਾਂ ਨੂੰ, ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਸਿਰ ਪੈਰੀ ਕਿਆ ਫੇੜਿਆ? ਕਹਿੰਦੇ ਸਿਰ ਨੇ ਤੇ ਪੈਰਾਂ ਨੇ ਤੇਰਾ ਕੀ ਵਿਗਾੜਿਆ? ਗੱਲ ਤਾਂ ਸਮਝਦੀ ਸੀ। ਹੁਣ ਬੱਚਾ ਸਕੂਲ ਜਾਵੇ, ਉਹ ਕਹੇ ਟੀਚਰ ਜੀ ਮੈਂ ਨੰਗੇ ਪੈਰੀ ਤੁਰ ਕੇ ਆ ਜਾ, ਮੈਂ ਸਿਰ ਪਰ ਨਹੀਂ ਹੋ ਕੇ ਆ ਜਾ। ਕਹੋਗੇ ਕਾਕਾ ਸਿਰ ਪੈਰੀ ਤੁਰਨ ਦੀ ਲੋੜ ਨਹੀਂ, ਨੰਗੇ ਪੈਰੀ ਤੁਰਨ ਦੀ ਲੋੜ ਨਹੀਂ, ਤੈਨੂੰ ਆਣ ਕੇ ਇੱਥੇ ਕਲਾਸ ਅਟੈਂਡ ਕਰਨੀ ਪੈਣੀ।
जो किताबां 'च लिखिया उन्होंने ध्यान नाल पढ़ना, सुनना, समझना पैना है। इदां पातशाह कहते अंदर पिरी संभाल, जिहड़ा तेरे अंदर पिर बैठा ना उन्होंने संभाल। वो पिर किहड़ा? वो गुण बैठे तेरे अंदर। बड़ा नस वंजो किल वेखो करता घर आया, बड़ा करता तेरे अंदर बैठा ना, हर एक दे अंदर वो मालक की विचारधारा बैठी हुई है। किसी नूं वरतनी आउंदी ते किसी नूं वरतनी नहीं आउंदी। जिहड़े वरत लैंदे आ वो समाज विच प्रगट हो जाते हैं। हुण अंदर पिरी संभाल नूं सौखा समझिए, लकड़ का मोछा पिया ना, जे चंगे कारीगर दे हत्थ लागे तो दरवाजा ते खिड़की निकल आई, टेबल निकल आया, कुर्सी निकल आई उहदे विचों। किसी नलायक कारीगर का हत्थ लाग गया, उन्हें लकड़ के टोटे करके ते गट्टे बना के साड़ दिते। मिट्टी का ढेर पिया, सियाणे व्यक्ति के हत्थ लागे, घुमियार के हत्थ लागे, उन्हें चुके ने बर्तन बाहर कढ़ मारे, चपड़ियाँ छकाले काढ़ने। वो अंदर पिरी जिहड़ा अंदर बैठा सी ना, वो मिट्टी में बर्तन बैठा से उन्हें बाहर कढ़ लिया। जिन्होंने नहीं करना आया उन्हें मिट्टी की मिट्टी रहन दी। अज मिट्टी थोड़ा होंदा, कोई मिट्टी के भांडे में जाके कहता मिट्टी दे दे मैनू, कुछ कोई काढ़ना लैन गया, कोई घड़ा लैन गया, इदां मैनू मिट्टी दे दो। वह नाम आ अज प्रॉपर, वो रख के बैठा ना दुकान पर अपने, वह नाम आ। इदां मिट्टी की ट्राली रख के बैठा हो, तुम जाके कहो जी आ दे दो, उन्होंने हत्थ लगना किसी का, उस छकाले काढ़ने घड़े तैयार होने, फिर उन्हें फिर नाम लैना अगले ने, फुल बूटे पाए होने आ, वेखण वाले भी चंगा लगना। इदां ही मालक की विचारधारा हर एक दे अंदर बैठी हुई है। एक शहर के डॉक्टर भी होंगे आ, जज भी होंगे आ, वकील भी होंगे आ, पर ना पैदा जज होया सी माता के गर्भ च, जन्म लेंदिया ना कोई वकील सी ना एडवोकेट सी। वो जिन्हों ने अंदर पिरी संभाल, जिहड़ा अंदर पिर बैठा सी, जिहड़ी अंदर सच की विचारधारा बैठी सी, उन्हें सांझ पा के बड़ा कुछ प्रगट कर लिया। तो जिन्होंने नहीं किया वो नशेड़ी भी अंदर ही बैठा सी, कोई नशे वाले बने तुर पिया, कोई गलत बने तुर पिया। तो साध संगत जी इन्होंने सलोकों को इस तरीके ना समझो। अंदर पिरी संभाल दा अर्थ वा जिहड़ा तेरे नेड़ा है, दूर ना जाने, बाणियां दी नेड़े आ, दूर ना जाने, नित सारे संभाले। कौन आंदा वखरा बैठा जी मालक, बाणियां दी नेड़ा है, उन्होंने किसी वखरी मूर्ति च ना समझ। जो असीं वखरा समझते फिर दुध लैके जाने, उहदे लई भोग लवाउण जाने, असीं उहदे लई पूड़े बना के लैके जाने। नेड़ा है, दूर ना जाने, नित सारे संभाले, उन्होंने नित संभाल, नित अपने अंदर इकट्ठा कर पाव, नित उहदे नाल सांझ पा, नित सारे संभाले। जो देवे सुखावना कहो नानक सच आहे। जो देवे खावना का अर्थ आ हर वक्त उस मालक नाल सांझ पा के रख। जो तेरे अंदर हुण कई पुछदे जी रब विखाओ मैनू, बहुत चीज़ां विखाइयां नहीं जा सकदियां पर महसूस कीतियां जांदियां। किवें भला सुणिओ, किसी बंदे ने सिर दर्द हो रहा है, दूजा आंदा मेरा सिर दर्द हो रहा है, दूजा आंदा है मेरे सिर दर्द हो रहा है, तुसीं अगे ये कहो। मान लो बेटा कह रहा माँ नूं मेरा सिर दर्द हो रहा है, माँ कहे मैनू पहला सिर दर्द विखा कित्थे है। सिर का दर्द किसी एक्सरे च आएगा, वो दसदा है तो आप उस यकीन कर जाते हाँ जी हो रहा होना जी। लत्त दर्द है, गोडा दर्द है, बांह दर्द है, लत्त बांह की दर्द विखाई जा सकती है। हाँ गुरदे च पित्ते च पत्थरी किन्ने MM की, ये किसी स्कैन दे विच एक्सरे च आ जाएगी, पर दर्द थोड़ा होनी है किन्नी हो रही है। इनू फलाना बंदा ईरखा बड़ी करता है, ईरखा किसी एक्सरे च आउंदी है पर हैगी है, सुरत च हैगी ईरखा। साड़ा है हाओ अगे लंघ गया मैं पिछे रह गया, हाए उन्हें घर बना लिया मैं पिछे रह गया, हाए वो पढ़ाई ज़्यादा नंबर मैं पिछे रह गया। ये विखाई कुछ चीज़ां जिहड़ियां विखाई फुल की सुगंधी विखाई जा सकती है, महसूस की जा सकती है। दूर की जाना जो आप बोल रहे हैं, जो शब्द बोल रहे हैं, यदि कोई पिक्चर उतार सकता है, ये महसूस की जा सकती है। बंदा बोलता है कन्ना नाल महसूस करता है, पर आप अगला कहे बोल जो मैनू विखा की बोले, वो भी कन्ना नाल सुनिया जाता है। बहुत चीज़ां दुनिया ते जो विखाइयां नहीं जा सकदियां, तो कई कही विखा जी वो भलिओ तेरे अंदर पैदा होया चंगा ख्याल, चंगी सोच जिहड़ी तैनूं चंगे काम लई प्रेरणा दिंदी है, मन के इहो ही परमात्मा है जिहड़ा तैनूं उत्साहित करता है, जिहड़ा कहंदा अगांह को तरांग पिछा फिर ना मोड़ड़ा, अगे वध अगे तुर पिछा नहीं तुरना। हो समाज नूं अगे वधाउण विच, समाज नूं सोहना बनाउण विच अपना बनदा योगदान पाईए। तो साध संगत जी ये पावन श्लोक 18 नंबर जिहदा आपां अज पाठ भी किया, विचार भी की। ताना तपाए तनूर ज्यों, अपने तन नूं तनूर ते तपाउण दी लोड़ नहीं, बालन हड्ड ना बाल, इस शरीर नूं कष्ट देण दी लोड़ नहीं। सिर पैरी कै फेड़िया, वो भाई सिर पैरां ने तेरा की बिगाड़िया है, अंदर पिरी
ਸੰਭਾਲ, ਆਪਣੇ ਅੰਦਰ ਬੈਠੇ ਉਸ ਪਿਰ ਨੂੰ ਸੰਭਾਲ, ਇਕੱਠਾ ਕਰ। ਜਿਹੜੇ ਸੰਭਾਲ ਲੈਂਦੇ ਆ ਉਹ ਤੁਰ ਪੈਂਦੇ, ਫਿਰ ਜਿੱਧਰ ਨੂੰ ਉਹਨਾਂ ਦਾ ਨਿਸ਼ਾਨਾ ਹੁੰਦਾ ਇੱਕ, ਫਿਰ ਉਹ ਗਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਉਹ ਫਿਰ ਨਿਸ਼ਾਨਾ ਮਿਥ ਲੈਂਦੇ ਵੀ ਇੱਥੇ ਜਾਣਾ ਪਹੁੰਚਣਾ ਹੈ, ਟਾਰਗੇਟ ਹੈ ਉਹਦਾ, ਉਹ ਟਾਰਗੇਟ ਪੂਰਾ ਕਰਦੇ ਆ। ਤੋ ਸਮਝ ਲੈਣਾ ਬਾਣੀ ਵਿੱਚ ਇਹਨਾਂ ਭਰਮਾਂ ਤੋਂ ਸਾਨੂੰ ਬਾਹਰ ਕੱਢ ਕੇ ਇੱਕ ਸੁਚੱਜਾ ਸਮਾਜ ਸਿਰਜਣ ਵਿੱਚ ਸਾਡੀ ਜਿਹੜੀ ਹੈ ਉਹ ਅਗਵਾਈ ਕੀਤੀ ਹੈ। ਆਓ ਉਸ ਅਗਵਾਈ ਨੂੰ ਕਬੂਲੀਏ ਅਤੇ ਬਾਰ-ਬਾਰ ਇੱਕ ਬੇਨਤੀ ਕਰੀਦੀ ਹੈ, ਆਪ ਬਾਣੀ ਪੜ੍ਹੋ, ਆਪ ਅਰਥ ਪੜ੍ਹੋ, ਆਪ ਸਮਝਣ ਦੀ ਕੋਸ਼ਿਸ਼ ਕਰੋ। ਜਿੱਥੇ ਮੱਥੇ ਟੇਕਦੇ ਆ ਉੱਥੇ ਰੁਮਾਲਾ ਚੁੱਕ ਕੇ ਪੜ੍ਹੋ ਵੀ ਜ਼ਰੂਰ, ਭਾਵੇਂ ਇੱਕ ਅੰਕ ਰੋਜ਼ ਪੜ੍ਹੋ। ਬੱਚਿਆਂ ਨੂੰ ਵੀ ਬੇਨਤੀ ਹੈ, ਜਿੰਨੇ ਧੀਆਂ ਪੁੱਤਰ ਭੈਣ ਭਰਾ ਤੁਸੀਂ ਘਰਾਂ 'ਚ ਬੈਠੇ ਵੀ ਸੁਣਦੇ ਹੋ, ਕੋਸ਼ਿਸ਼ ਕਰੋ, ਆਪ ਪੜ੍ਹੋ, ਵਿਚਾਰੋ ਅਤੇ ਆਪ ਸਮਝਣ ਦੀ ਕੋਸ਼ਿਸ਼ ਕਰੋ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅੱਜ ਦਾ ਇਹ ਸਲੋਕ 18 ਨੰਬਰ ਸਲੋਕ ਵਾਰਾਂ ਤੇ ਉਦੀਕ ਬਾਣੀ ਵਿੱਚ 1411 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੋਭਾਇਮਾਨ ਹੈ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।